ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਲਿਮਿਟੇਸ਼ਨਸ ਜਾਂ ਡਿਸਐਡਵਾਂਟੇਜ ਆਫ ਸੋਲ ਪ੍ਰੋਪਰਾਈਟਰਸ਼ਿਪ। ਮਤਲਬ ਇਕਾਂਕੀ ਵਪਾਰ ਦੀਆਂ ਕੀ ਹਾਨੀਆਂ ਹਨ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਦੀਆਂ ਕਿਹੜੀਆਂ ਹਾਨੀਆਂ ਹਨ ਜੋ ਬਿਜ਼ਨਸਮੈਨ ਨੂੰ ਡਿਸਕਰੇਜ ਕਰਦੇ ਆ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਸਟਾਰਟ ਕਰਨ ਤੋਂ। ਫਸਟ ਆ ਜਾਂਦੀ ਹੈ ਅਨਲਿਮਟਿਡ ਲਾਇਬਿਲਿਟੀ। ਅਨਲਿਮਟਿਡ ਲਾਇਬਿਲਿਟੀ ਜਿਹੜੀ ਬਿਜ਼ਨਸਮੈਨ ਨੂੰ ਡਿਸਕਰੇਜ ਕਰਦੀ ਆ ਇਹ ਬਿਜ਼ਨਸ ਸਟਾਰਟ ਕਰਨ ਤੋਂ। ਰੀਜ਼ਨ ਕੀ ਆ, ਜੇ ਆਪਣਾ ਬਿਜ਼ਨਸ ਲੋਸ ਸਫਰ ਕਰਦਾ ਪਿਆ, ਉਹਨੂੰ ਲੋਸ ਹੋ ਗਿਆ ਤੇ ਕੱਲੇ ਉਹਦੇ ਬਿਜ਼ਨਸ ਦੇ ਐਸਟ ਨਹੀਂ ਯੂਟਿਲਾਈਜ਼ ਕੀਤੇ ਜਾਣਗੇ ਲਾਇਬਿਲਿਟੀ ਦੇ ਲਈ, ਬਲਕਿ ਉਹਦੇ ਜਿਹੜੇ ਪਰਸਨਲ ਐਸਟਸ ਆ ਉਹਨਾਂ ਨੂੰ ਵੀ ਯੂਜ਼ ਕੀਤਾ ਜਾਂਦਾ ਵਾ ਲਾਇਬਿਲਿਟੀਜ਼ ਨੂੰ ਪੇ ਕਰਨ ਦੇ ਲਈ। ਇਹ ਕੀ ਹੋ ਜਾਂਦਾ, ਇੱਕ ਡਿਸਐਡਵਾਂਟੇਜ ਆ ਸੋਲ ਪ੍ਰੋਪਰਾਈਟਰਸ਼ਿਪ ਦੀ, ਜਿਹੜੀ ਕਿ ਅਨਲਿਮਟਿਡ ਲਾਇਬਿਲਿਟੀ ਆ, ਕਿਉਂਕਿ ਲੋਸ ਦੇ ਟਾਈਮ ਤੇ ਉਹਦੇ ਪਰਸਨਲ ਐਸਟਸ ਨੂੰ ਵੀ ਯੂਜ਼ ਕੀਤਾ ਜਾਂਦਾ। ਨੈਕਸਟ ਆ ਜਾਂਦਾ ਵਾ ਲਿਮਟਿਡ ਮੈਨੇਜਰੀਅਲ ਅਬਿਲਿਟੀ। ਲਿਮਟਿਡ ਮੈਨੇਜਰੀਅਲ ਅਬਿਲਿਟੀ ਦਾ ਮਤਲਬ ਕਿ ਜਿਹੜਾ ਸੋਲ ਪ੍ਰੋਪਰਾਈਟਰ ਆ ਉਹ ਇੱਕ ਪਰਸਨ ਆ, ਉਹਨੂੰ ਜਿਹੜੀ ਨੌਲੇਜ ਹੁੰਦੀ ਉਹ ਲਿਮਟਿਡ ਹੁੰਦੀ ਆ, ਜ਼ਿਆਦਾ ਉਹਨੂੰ ਡਿਫਰੈਂਟ ਏਰੀਆ ਬਾਰੇ ਨੌਲੇਜ ਨਹੀਂ ਹੁੰਦੀ, ਡਿਫਰੈਂਟ ਡਿਪਾਰਟਮੈਂਟ ਬਾਰੇ ਨੌਲੇਜ ਘੱਟ ਹੁੰਦੀ ਆ, ਕਿਉਂਕਿ ਇੱਕ ਪਰਸਨ ਇੱਕ ਡਿਪਾਰਟਮੈਂਟ ਦੇ ਵਿੱਚ ਸਪੈਸ਼ਲਿਸਟ ਹੋ ਸਕਦਾ, ਦੋ ਦੇ ਵਿੱਚ ਹੋ ਸਕਦਾ, ਬਟ ਸਾਰਿਆਂ ਵਿੱਚ ਉਹ ਨਹੀਂ ਹੋ ਸਕਦਾ। ਸੋ ਇਸ ਲਈ ਕੀ ਹੁੰਦਾ, ਲਿਮਟਿਡ ਮੈਨੇਜਰੀਅਲ ਅਬਿਲਿਟੀ ਹੁੰਦੀ ਆ ਵਾ, ਜ਼ਿਆਦਾ ਕੰਪਲੈਕਸ ਪ੍ਰੋਬਲਮਸ ਨੂੰ ਉਹ ਕੀ ਆ ਇਕੱਲਾ ਸੋਲਵ ਨਹੀਂ ਕਰ ਸਕਦਾ ਤੇ ਉਹਨੂੰ ਕੀ ਆ ਐਕਸਪਰਟ ਦੀ ਰਾਇ ਲੈਣੀ ਪੈਂਦੀ ਹੈ ਜੇ ਕੋਈ ਪ੍ਰੋਬਲਮ ਹੁੰਦੀ ਆ ਉਹਨੂੰ ਸੋਲਵ ਕਰਨ ਦੇ ਲਈ। ਸੋ ਇਹ ਕੀ ਹੋ ਗਿਆ, ਇੱਕ ਡਿਸਐਡਵਾਂਟੇਜ ਹੋ ਗਿਆ ਇੱਕ ਪਰਸਨ ਦਾ ਲਿਮਟਿਡ ਮੈਨੇਜਰੀਅਲ ਅਬਿਲਿਟੀ। ਜੇ ਆਪਾਂ ਕਿਸੇ ਸਟੱਡੀ ਦੀ ਵੀ ਗੱਲ ਕਰੀਏ, ਜੇ ਕੋਈ ਪਰਸਨ LLB ਕਰਦਾ ਪਿਆ, ਲਾਇਰ ਦੀ ਸਟੱਡੀ ਕਰਦਾ ਪਿਆ, ਤਾਂ ਉਹਨੂੰ ਡਾਕਟਰੀ ਲਾਈਨ ਦੀ ਨੌਲੇਜ ਨਹੀਂ ਹੋਊਗੀ। ਇਹਦਾ ਮਤਲਬ ਕਿ ਇਹਦੇ ਵਿੱਚ ਵੀ ਕੀ ਆ, ਇੱਕ ਪਰਸਨ ਨੂੰ ਹਰ ਫੀਲਡ ਦੀ ਨੌਲੇਜ ਨਹੀਂ ਹੁੰਦੀ। ਅੱਗੇ ਆ ਜਾਂਦਾ ਲਿਮਟਿਡ ਰਿਸੋਰਸ ਆਫ ਕੈਪੀਟਲ। ਕੋਈ ਵੀ ਇੰਡੀਵਿਜੂਅਲ ਪ੍ਰੋਪਰਾਈਟਰ ਆ, ਉਹਦੇ ਕੋਲ ਰਿਸੋਰਸ ਲਿਮਟਿਡ ਹੋਣਗੇ ਕੈਪੀਟਲ 'ਚ ਇਨਵੈਸਟ ਕਰਨ ਲਈ। ਉਹ ਕਿੱਥੋਂ ਇਨਵੈਸਟ ਕਰ ਸਕਦਾ, ਉਹਦੇ ਕੋਲ ਖੁਦ ਦੀਆਂ ਸੇਵਿੰਗਸ ਹੋ ਸਕਦੀਆਂ ਜਾਂ ਫਿਰ ਆਪਣੇ ਰਿਲੇਟਿਵਸ ਜਾਂ ਫਰੈਂਡਸ ਕੋਲੋਂ ਪੈਸੇ ਬੋਰੋ ਕਰ ਸਕਦਾ ਵਾ। ਸੋ ਉਹਦੇ ਰਿਸੋਰਸ ਕੀ ਆ, ਲਿਮਟਿਡ ਆ। ਅੱਗੇ ਇਹਦਾ ਅਨਸਰਟਨ ਕੰਟੀਨਿਊਟੀ। ਇੱਕ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਇੱਕ ਸਿੰਗਲ ਇੰਡੀਵਿਜੂਅਲ ਜਿਹੜਾ ਬਿਜ਼ਨਸ ਚਲਾਉਂਦਾ ਵਾ, ਜੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਬਿਜ਼ਨਸ ਉੱਥੇ ਹੀ ਖਤਮ ਹੋ ਜਾਏਗਾ। ਇਹ ਕੀ ਹੋ ਗਿਆ, ਅਨਸਰਟਨ ਕੰਟੀਨਿਊਟੀ ਆ ਕਿ ਪਰਸਨ ਇੱਕ ਦੇ ਡਿਪੈਂਡ ਕਰਦਾ ਬਿਜ਼ਨਸ। ਉਹ ਪਰਸਨ ਜੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਬਿਜ਼ਨਸ ਕੀ ਆ, ਖਤਮ ਹੋ ਸਕਦਾ ਉਸੇ ਵੇਲੇ। ਅੱਗੇ ਆਉਂਦਾ ਸੀਕ੍ਰੇਸੀ ਕਾਜ਼ਸ ਸਸਪੀਸ਼ਨਸ। ਮਤਲਬ ਕਿ ਜਿਸ ਟਾਈਮ ਤੇ ਇੱਕ ਇਕੱਲਾ ਪਰਸਨ ਆਪਣੇ ਕੋਲ ਸਾਰੇ ਸੀਕ੍ਰੇਟ ਰੱਖਦਾ ਤਾਂ ਕ੍ਰੈਡੀਟਰ ਦੇ ਮਾਈਂਡਸ ਦੇ ਵਿੱਚ ਇਦਾਂ ਆ ਜਾਂਦਾ ਕਿ ਪਤਾ ਨਹੀਂ ਕੌਣ ਕਿਹੜੇ ਸੀਕ੍ਰੇਟ ਇਸ ਬਿਜ਼ਨਸ ਦੇ ਹੋਣਗੇ। ਇਹ ਉਹਨਾਂ ਨੂੰ ਕੀ ਕਰਦੇ, ਕ੍ਰੈਡੀਟਰ ਦੇ ਮਾਈਂਡ ਦੇ ਵਿੱਚ ਕਨਫਿਊਜ਼ਨ ਕਰਦੇ ਆ, ਉਹਨਾਂ ਨੂੰ ਡਿਸਕਰੇਜ ਕਰਦੇ ਆ ਕਿ ਉਹ ਲੋਨ ਨਾ ਦੇਣ। ਸੋ ਇਹ ਕੀ ਹੋ ਜਾਂਦਾ ਵਾ, ਜਿਹੜੇ ਇਕਨੋਮਿਕ ਪੁਆਇੰਟ ਆਫ ਵਿਊ ਦੇਖੀਏ ਤਾਂ ਜਿਹੜੇ ਇੰਡੀਵਿਜੂਅਲ ਆ ਉਹਨੂੰ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਵਾ ਲੋਨ ਲੈਣ ਦੇ ਵਿੱਚ। ਇਹ ਰੀਜ਼ਨ ਕੀ ਸੀਗਾ, ਸੀਕ੍ਰੇਸੀ ਦਾ, ਕਿ ਸੀਕ੍ਰੇਟ ਹੋਣ ਕਰਕੇ ਕੋਈ ਵੀ ਉਹਨਾਂ ਨੂੰ ਪੈਸੇ ਲੋਨ ਦੇ ਤੌਰ ਤੇ ਨਹੀਂ ਦਿੰਦਾ। ਨੈਕਸਟ ਆ ਜਾਂਦਾ ਵਾ ਸੂਟੇਬਿਲਿਟੀ ਫॉर ਦਾ ਲਾਰਜ ਸਕੇਲ ਬਿਜ਼ਨਸ। ਨੋਟ ਸੂਟੇਬਲ ਕਿਵੇਂ ਹੋਇਆ ਹੁਣ, ਕਿਉਂਕਿ ਜਿਹੜੇ ਆਰਗੇਨਾਈਜੇਸ਼ਨ ਆ ਉਹ ਸਮਾਲ ਲੈਵਲ ਤੇ ਹੁੰਦੇ ਆ, ਇਹਦੇ ਵਿੱਚ ਆਪਣੀ ਕੈਪੀਟਲ ਵੀ ਛੋਟੀ ਹੁੰਦੀ ਹੈ, ਕੈਪੀਟਲ ਥੋੜੀ ਅਮਾਉਂਟ ਦੀ ਹੋਊਗੀ, ਰਿਸਕ ਵੀ ਥੋੜਾ ਹੁੰਦਾ ਵਾ। ਜੇ ਇਹਦੇ ਵਿੱਚ ਅਸੀਂ ਜ਼ਿਆਦਾ ਅਮਾਉਂਟ ਕੈਪੀਟਲ ਇਨਵੈਸਟ ਕਰਾਂਗੇ ਤਾਂ ਹੀ ਲਾਰਜ ਸਕੇਲ ਬਿਜ਼ਨਸ ਬਣਨਗੇ, ਬਟ ਸਿੰਗਲ ਇੰਡੀਵਿਜੂਅਲ ਕੋਲ ਇੰਨੀ ਕੈਪੀਟਲ ਨਹੀਂ ਹੁੰਦੀ ਇਨਵੈਸਟ ਕਰਨ ਲਈ। ਸੋ ਇਹ ਕੀ ਹੋ ਗਿਆ, ਨੋਟ ਸੂਟੇਬਲ ਫॉर ਦਾ ਲਾਰਜ ਸਕੇਲ ਬਿਜ਼ਨਸ। ਇਹ ਲਾਰਜ ਸਕੇਲ ਬਿਜ਼ਨਸ ਦੇ ਲਈ ਸੂਟੇਬਲ ਨਹੀਂ ਹੁੰਦਾ। ਤੇ ਜੇ ਆਪਾਂ ਦੂਸਰੇ ਪੁਆਇੰਟ ਆਫ ਵਿਊ ਦੇਖੀਏ ਤਾਂ ਇੱਕ ਇਕੱਲਾ ਪਰਸਨ ਵੱਡੇ ਬਿਜ਼ਨਸ ਨੂੰ ਖੁਦ ਮੈਨੇਜ ਤੇ ਕੰਟਰੋਲ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ। ਅੱਗੇ ਆ ਜਾਂਦਾ ਨੋ ਇਕਨੋਮਿਕਸ ਆਫ ਸਕੇਲ। ਜਿਹੜੇ ਲਾਰਜ ਸਕੇਲ ਬਿਜ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਪਰਚੇਜ਼ਸ, ਟਰਾਂਸਪੋਰਟ, ਪ੍ਰੋਡਕਸ਼ਨ ਇਹ ਵੀ ਲਾਰਜ ਸਕੇਲ ਤੇ ਹੁੰਦੀ ਆ। ਜਦੋਂ ਲਾਰਜ ਸਕੇਲ ਤੇ ਆਪਰੇਸ਼ਨਸ ਕੀਤੇ ਜਾਂਦੇ ਆ ਤਾਂ ਕੋਸਟ ਆਫ ਪ੍ਰੋਡਕਸ਼ਨ ਕੀ ਹੁੰਦੀ ਹੈ, ਘੱਟ ਜਾਂਦੀ ਹੈ। ਕੋਸਟ ਆਫ ਪ੍ਰੋਡਕਸ਼ਨ ਘਟਣ ਦੇ ਨਾਲ ਬਿਜ਼ਨਸਮੈਨ ਨੂੰ ਪ੍ਰੋਫਿਟ ਹੁੰਦੇ ਆ, ਪ੍ਰੋਫਿਟ ਇੰਕਰੀਜ਼ ਹੋ ਜਾਂਦੇ ਆ। ਬਟ ਜਦੋਂ ਹੁੰਦਾ ਸਮਾਲ ਬਿਜ਼ਨਸ, ਸਾਈਜ਼ ਆਪਣਾ ਬਿਜ਼ਨਸ ਦਾ ਛੋਟਾ ਵਾ, ਉਹਦੇ ਤੇ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਘੱਟ ਹੁੰਦੇ ਆ। ਇਹ ਕੀ ਹੁੰਦੀ ਹੈ, ਇੱਕ ਡਿਸਐਡਵਾਂਟੇਜ। ਨੈਕਸਟ ਆਉਂਦਾ ਲੋਸ ਔਨ ਐਬਸੈਂਸ। ਜੇ ਇੱਕ ਸੋਲ ਟ੍ਰੇਡਰਸ਼ਿਪ ਆ ਜਿਹੜਾ ਉਹ
ਬਿਜ਼ਨਸ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗਾ, ਉਹਨੂੰ ਕਿਸੇ ਵੀ ਰੀਜ਼ਨ ਕਰਕੇ ਕਿਤੇ ਜਾਣਾ ਪੈ ਰਿਹਾ ਵਾ, ਉਹ ਆਪਣੀ ਪ੍ਰੈਜ਼ੈਂਟ ਨਹੀਂ ਦੇ ਰਿਹਾ ਆਪਣੇ ਬਿਜ਼ਨਸ ਦੇ ਵਿੱਚ, ਇਹਦਾ ਇਫੈਕਟ ਕੀ ਹੈ ਬਿਜ਼ਨਸ ਤੇ ਪਊਗਾ, ਕਿਉਂਕਿ ਉਹਦੇ ਤੋਂ ਬਾਅਦ ਕੋਈ ਹੋਰ ਬਿਜ਼ਨਸ ਦੀ ਕੇਅਰ ਕਰਨ ਵਾਲਾ ਨਹੀਂ ਹੁੰਦਾ ਤੇ ਇਹਦੇ ਕਰਕੇ ਉਹਨਾਂ ਨੂੰ ਲੋਸ ਬੀਅਰ ਕਰਨੇ ਪਏ ਹੁੰਦੇ ਆ। ਨੈਕਸਟ ਆ ਜਾਂਦਾ ਲਿਮਟਿਡ ਗੁੱਡਵਿਲ। ਲਿਮਟਿਡ ਗੁੱਡਵਿਲ ਦਾ ਮਤਲਬ ਜਿਹੜੇ ਸੋਲ ਪ੍ਰੋਪਰਾਈਟਰਸ਼ਿਪ ਦਾ ਉਹ ਇੱਕ ਪਰਸਨ ਦੇ ਨਾਲ ਕੰਸਰਨ ਕਰਦੀ ਹੈ, ਤੇ ਇੱਕ ਪਰਸਨ ਦੀ ਜੇ ਆਪਾਂ ਪਾਰਟਨਰਸ਼ਿਪ ਦੇ ਕੰਪੈਰੀਜ਼ਨ ਕਰੀਏ ਤਾਂ ਉਹਦੀ ਗੁੱਡਵਿਲ ਵੀ ਘੱਟ ਹੁੰਦੀ ਆ। ਸੋ ਗੁੱਡਵਿਲ ਜੇ ਘੱਟ ਆ ਤਾਂ ਇਹਦਾ ਮਤਲਬ ਕੈਪੀਟਲ ਵੀ ਹੁੰਦੀ ਲਿਮਟਿਡ ਹੀ ਹੁੰਦੀ ਆ। ਨੈਕਸਟ ਆ ਜਾਂਦਾ ਲਿਮਟਿਡ ਸਕੋਪ ਆਫ ਐਕਸਪੈਂਸ਼ਨ। ਲਿਮਟਿਡ ਆਪਣੀ ਕੈਪੀਟਲ ਸੀ, ਅਨਲਿਮਟਿਡ ਲਾਇਬਿਲਿਟੀ ਸੀਗੀ, ਲਿਮਟਿਡ ਮੈਨੇਜਰੀਅਲ ਅਬਿਲਿਟੀ ਸੀ। ਇਹ ਸਾਰੇ ਫੈਕਟਰ ਕੀ ਆ, ਇਹ ਆਪਣੀ ਗਰੋਥ ਦੇ ਵਿੱਚ ਰੁਕਾਵਟ ਬਣਦੇ ਆ। ਸੋ ਇਹਦਾ ਮਤਲਬ ਕੀ ਹੋ ਜਾਂਦਾ ਵਾ, ਐਕਸਪੈਂਸ਼ਨ ਦਾ ਸਕੋਪ ਕੀ ਹੁੰਦਾ, ਇਹਦੇ 'ਚ ਘੱਟ ਹੁੰਦਾ। ਨੈਕਸਟ ਆ ਜਾਂਦਾ ਵੀਕ ਬਾਰਗੇਨਿੰਗ ਪੋਜੀਸ਼ਨ। ਸਿੰਗਲ ਜਿਹੜਾ ਹੋਊਗੀ ਪ੍ਰੋਪਰਾਈਟਰਸ਼ਿਪ, ਇਹਦੇ ਵਿੱਚ ਬਾਰਗੇਨਿੰਗ ਦਾ ਮਤਲਬ ਜਦੋਂ ਬਹਿਸਬਾਜ਼ੀ ਕਰਕੇ ਕੋਈ ਪਰਸਨ ਆਪਣੇ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਦੇ ਵਿੱਚ ਰੇਟ ਘਟਵਾ ਲੈਂਦਾ ਜਾਂ ਵਧਾ ਲੈਂਦਾ, ਉਹਨੂੰ ਬਾਰਗੇਨਿੰਗ ਕਹਿੰਦੇ ਆ। ਇਹ ਇੰਪੋਸੀਬਲ ਹੋ ਜਾਂਦਾ ਇੱਕ ਸਿੰਗਲ ਟ੍ਰੇਡਰ ਨੂੰ ਇਹਦੇ ਵਿੱਚ ਇਨਵੋਲਵ ਹੋਣਾ, ਕਿਉਂਕਿ ਜਿਹੜੀ ਫੇਵਰੇਬਲ ਟ੍ਰਾਂਜੈਕਸ਼ਨਸ ਹੁੰਦੀਆਂ ਵਾ ਉਹਦੇ ਲਈ ਬਾਰਗੇਨਿੰਗ ਪਾਵਰ ਜ਼ਿਆਦਾ ਚਾਹੀਦੀ ਆ, ਬਟ ਇੱਕ ਸਿੰਗਲ ਪਰਸਨ ਇੰਨੇ ਬਾਰਗੇਨਿੰਗ ਨਹੀਂ ਕਰ ਸਕਦਾ। ਨੈਕਸਟ ਆਇੰਦਾ ਲਿਮਟਿਡ ਕ੍ਰੈਡਿਟ ਵਰਥੀਨੈਸ। ਲਿਮਟਿਡ ਕ੍ਰੈਡਿਟ ਵਰਥੀਨੈਸ ਦਾ ਮਤਲਬ ਕਿ ਜਿਸ ਟਾਈਮ ਤੇ ਆਪਣਾ ਸਕੋਪ ਘੱਟ ਆ, ਬਿਜ਼ਨਸ ਦਾ ਸਕੋਪ ਘੱਟ ਆ, ਆਪਣੇ ਰਿਸੋਰਸ ਘੱਟ ਆ, ਤੇ ਉਹਦੀ ਕ੍ਰੈਡਿਟ ਵਰਥੀਨੈਸ ਮਤਲਬ ਉਧਾਰ ਵੀ ਆਪਾਂ ਨੂੰ ਘੱਟ ਹੀ ਮਿਲੂਗਾ, ਕਿਉਂਕਿ ਜਿੰਨੇ ਵੀ ਲੋਨ ਦੇਣਾ ਉਹ ਦੇਖੇਗਾ ਆਪਣੇ ਰਿਸੋਰਸ ਕਿੰਨੇ ਆ, ਰਿਸੋਰਸ ਦੇ ਅਕੋਰਡਿੰਗ ਹੀ ਆਪਾਂ ਨੂੰ ਲੋਨ ਮਿਲਦਾ। ਜਿਸ ਟਾਈਮ ਤੇ ਰਿਸੋਰਸ ਹੀ ਘੱਟ ਆ ਤੇ ਅਲਟੀਮੇਟਲੀ ਆਪਣੀ ਕ੍ਰੈਡਿਟ ਵਰਥੀਨੈਸ ਵੀ ਘੱਟ ਹੋਏਗੀ। ਇਹ ਆਪਣੀ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਲਿਮਿਟੇਸ਼ਨ। ਅੱਗੇ ਆ ਜਾਂਦਾ ਸੂਟੇਬਿਲਿਟੀ ਆਫ ਸੋਲ ਪ੍ਰੋਪਰਾਈਟਰਸ਼ਿਪ। ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਆ ਉਹ ਕਿਸ ਸਿਚੁਏਸ਼ਨ ਦੇ ਵਿੱਚ ਵਧੀਆ ਹੋਏਗਾ, ਕਿਸ ਸਿਚੁਏਸ਼ਨ 'ਚ ਕਿਸ ਏਰੀਆ ਤੇ ਬੈਸਟ ਹੋਏਗਾ ਕਿ ਉੱਥੇ ਅਸੀਂ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਸਟਾਰਟ ਕਰੀਏ। ਸੋ ਆਪਾਂ 1 ਬਾਈ 1 ਪੁਆਇੰਟ ਡਿਸਕਸ ਕਰਾਂਗੇ। ਫਸਟ ਆ ਜਾਂਦਾ ਵਾ ਲੋਕਲ ਮਾਰਕੀਟ। ਲੋਕਲ ਮਾਰਕੀਟ, ਜੇ ਆਪਾਂ ਲੋਕਲ ਮਾਰਕੀਟ ਦੀ ਗੱਲ ਕਰੀਏ, ਇਹਦਾ ਸਾਈਜ਼ ਕੀ, ਆਪਾਂ ਬਿਜ਼ਨਸ ਦਾ ਸਾਈਜ਼ ਕੀ ਹੁੰਦਾ, ਆਪਣਾ ਛੋਟਾ ਹੁੰਦਾ, ਕੈਪੀਟਲ ਆਪਣੀ ਘੱਟ ਇਨਵੈਸਟ ਹੁੰਦੀ ਹੈ, ਲਿਮਟਿਡ ਮੈਨੇਜਰੀਅਲ ਸਕਿੱਲਸ ਹੁੰਦੀਆਂ ਵਾ। ਸੋ ਇਹਦੇ ਅਕੋਰਡਿੰਗ ਜਿਹੜੀ ਲੋਕਲ ਮਾਰਕੀਟ ਹੁੰਦੀ ਹੈ ਉਹ ਬੈਸਟ ਹੁੰਦੀ ਹੈ ਸੋਲ ਪ੍ਰੋਪਰਾਈਟਰਸ਼ਿਪ ਦੇ ਲਈ। ਕਿਉਂਕਿ ਇਹਦੇ ਵਿੱਚ ਜਿਹੜਾ ਕਸਟਮਰ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਰਹਿੰਦਾ ਵਾ, ਆਪਣਾ ਜਿਹੜਾ ਪ੍ਰੋਪਰਾਈਟਰ ਹੋਏਗਾ ਉਹਨੂੰ ਕਸਟਮਰ ਦੇ ਸਾਰੀ ਲਾਈਕਿੰਗ ਡਿਸਲਾਈਕਿੰਗ ਬਾਰੇ ਪਤਾ ਹੁੰਦਾ ਤੇ ਆਪਣਾ ਬਿਜ਼ਨਸ ਕੀ ਹੈ ਵਧੀਆ ਤਰੀਕੇ ਨਾਲ ਕਰ ਸਕਦਾ ਲੋਕਲ ਮਾਰਕੀਟ ਦੇ ਵਿੱਚ। ਸੋ ਆਪਣੀ ਸਰਵਿਸ ਬੈਸਟ ਤਰੀਕੇ ਨਾਲ ਉਹ ਡਿਲੀਵਰ ਕਰੇਗਾ। ਸੋ ਇਹ ਕੀ ਹੋ ਗਿਆ, ਲੋਕਲ ਮਾਰਕੀਟ ਦੇ ਲਈ ਕੀ ਹੈ, ਸੂਟੇਬਲ ਆ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ। ਅੱਗੇ ਆਇੰਦਾ ਕਸਟਮਰ ਰਿਕੁਆਇਰ ਪਰਸਨਲ ਅਟੈਂਸ਼ਨ। ਜਿਹੜੇ ਬਿਜ਼ਨਸ ਦੇ ਵਿੱਚ ਕਸਟਮਰ ਚਾਹੁੰਦੇ ਕਿ ਸਾਨੂੰ ਪਰਸਨਲ ਅਟੈਂਸ਼ਨ ਦਿੱਤੀ ਜਾਵੇ, ਉੱਥੇ ਆਪਣਾ ਇਹ ਸੂਟੇਬਲ ਹੋਏਗਾ। ਐਗਜ਼ਾਮਪਲ ਦੇ ਤੌਰ ਤੇ ਜਿਸ ਤਰ੍ਹਾਂ ਮੈਡੀਕਲ ਹੋ ਗਿਆ, ਲੀਗਲ ਸਰਵਿਸ ਹੋ ਗਿਆ, ਇਹਨਾਂ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਮੇਨ ਰੋਲ ਪਲੇ ਕਰੇਗੀ। ਨੈਕਸਟ ਆਇੰਦਾ ਫ੍ਰੀਕੁਐਂਟ ਚੇਂਜਸ ਇਨ ਫੈਸ਼ਨ ਐਂਡ ਟੇਸਟ। ਜਿਹੜੇ ਬਿਜ਼ਨਸ ਦੇ ਵਿੱਚ ਚੇਂਜਸ ਬਹੁਤ ਜਲਦੀ ਹੋ ਜਾਂਦੀਆਂ ਟੇਸਟ ਜਾਂ ਫੈਸ਼ਨ ਦੇ ਅਕੋਰਡਿੰਗ, ਉੱਥੇ ਬੈਸਟ ਰਹੇਗਾ ਬਿਜ਼ਨਸ ਕਰਨਾ। ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਚੇਂਜਸ ਆ ਰਹੀਆਂ ਆਪਣੀਆਂ, ਟੇਲਰਿੰਗ ਹੋ ਗਿਆ, ਫੋਟੋਗ੍ਰਾਫੀ ਹੋ ਗਿਆ, ਹੇਅਰ ਡਰੈਸਿੰਗ ਹੋ ਗਿਆ, ਇਹਨਾਂ ਵਿੱਚ ਕਸਟਮਰ ਦੇ ਟੇਸਟ ਲਾਈਕਿੰਗ ਚੇਂਜ ਹੁੰਦੀਆਂ ਰਹਿੰਦੀਆਂ। ਸੋ ਇਹਦੇ ਵਿੱਚ ਕੀ ਆ, ਆਪਣੀ ਸੋਲ ਪ੍ਰੋਪਰਾਈਟਰਸ਼ਿਪ ਮੇਨ ਰੋਲ ਪਲੇ ਕਰੇਗੀ। ਨੈਕਸਟ ਆਇੰਦਾ ਕੁਇਕ ਡਿਸੀਜ਼ਨ ਐਂਡ ਪ੍ਰਮੋਟ ਐਕਸ਼ਨ। ਜਿਹੜੇ ਬਿਜ਼ਨਸ ਦੇ ਵਿੱਚ ਜਲਦੀ ਡਿਸੀਜ਼ਨ ਲੈਣ ਦੀ ਲੋੜ ਪਏਗੀ ਉਹਦੇ ਲਈ ਵੀ ਇਹ ਸੂਟੇਬਲ ਹੋਏਗਾ। ਰੀਜ਼ਨ ਇਹ ਹੈ ਕਿਉਂਕਿ ਜੇ ਬਿਜ਼ਨਸ ਦੇ ਵਿੱਚ ਡਿਸੀਜ਼ਨ ਲੈਣ 'ਚ ਡਿਲੇ ਹੋ ਰਹੀ ਹੈ ਤੇ ਆਪਾਂ ਨੂੰ ਲੋਸ ਵੀ ਬੀਅਰ ਕਰਨਾ ਪੈ ਸਕਦਾ, ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਡਿਸੀਜ਼ਨ ਲੈਣ 'ਚ ਕੋਈ ਡਿਲੇ ਨਹੀਂ ਹੁੰਦੀ ਕਿਉਂਕਿ ਉਸ ਪਰਸਨ ਨੇ ਕਿਸੇ ਹੋਰ ਦੇ ਨਾਲ ਡਿਸਕਸ ਨਹੀਂ ਕਰਨਾ ਹੁੰਦਾ। ਨੈਕਸਟ ਆ ਜਾਂਦਾ ਸੀਜ਼ਨਲ ਬਿਜ਼ਨਸ। ਸੀਜ਼ਨਲ ਬਿਜ਼ਨਸ ਜਿਹੜਾ ਸੀਜ਼ਨ ਦੇ ਅਕੋਰਡਿੰਗ ਚੇਂਜ ਕਰਨਾ ਪੈਂਦੇ ਆ ਪ੍ਰੋਡਕਟ, ਜਿਸ ਤਰ੍ਹਾਂ ਆਈਸਕ੍ਰੀਮ ਹੋ ਗਿਆ, ਅੰਬ੍ਰੇਲਾ ਹੋ ਗਿਆ, ਆਈਸ ਦਾ ਬਿਜ਼ਨਸ ਹੋ ਗਿਆ, ਗਾਰਮੈਂਟ ਦਾ ਬਿਜ਼ਨਸ ਹੋ ਗਿਆ, ਐਟਸੈਟਰਾ। ਇਹ ਸਾਰੇ ਬਿਜ਼ਨਸ ਦੇ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਜੇ ਆਪਾਂ ਕਰੀਏ ਤਾਂ ਬਹੁਤ ਵਧੀਆ ਹੁੰਦਾ ਇੰਸਟੈਂਟ ਆਫ ਪਾਰਟਨਰਸ਼ਿਪ। ਪਾਰਟਨਰਸ਼ਿਪ ਜ਼ਿਆਦਾ ਸੂਟੇਬਲ ਨਹੀਂ ਹੋਏਗੀ, ਸੋਲ ਪ੍ਰੋਪਰਾਈਟਰਸ਼ਿਪ ਜ਼ਿਆਦਾ ਵਧੀਆ ਹੁੰਦੀ ਆ। ਸੋ ਇਹ ਬਿਜ਼ਨਸ ਦੀਆਂ ਟਾਈਪਸ ਆ ਜਿਨ੍ਹਾਂ ਦੇ ਵਿੱਚ ਅਸੀਂ
ਦੇਖ ਸਕਦੇ ਹਾਂ ਕਿ ਕਿਹੜਾ ਬਿਜ਼ਨਸ ਅਸੀਂ ਕਰੀਏ ਇਹਨਾਂ ਬਿਜ਼ਨਸ ਦੀਆਂ ਟਾਈਪਸ ਦੇ ਵਿੱਚੋਂ। ਅੱਗੇ ਆਂਦਾ ਲੈਸ ਅਮਾਉਂਟ ਆਫ ਰਿਸਕ, ਜਿੱਥੇ ਆਪਣਾ ਰਿਸਕ ਦੀ ਅਮਾਉਂਟ ਜਿਹੜਾ ਪਰਸਨ ਚਾਹੁੰਦਾ ਕਿ ਸਾਡਾ ਰਿਸਕ ਘੱਟ ਹੋਵੇ ਬਿਜ਼ਨਸ ਦੇ ਵਿੱਚ, ਉਹਦੇ ਲਈ ਵੀ ਇਹ ਸੂਟੇਬਲ ਹੋਏਗਾ। ਨੈਕਸਟ ਆਂਦਾ ਲਿਮਿਟਡ ਕੈਪੀਟਲ ਰਿਕੁਆਇਰਮੈਂਟ, ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਆਪਾਂ ਨੂੰ ਜਿਹੜੀ ਕੈਪੀਟਲ ਆ ਉਹ ਵੀ ਘੱਟ ਚਾਹੀਦੀ ਆ, ਸੋ ਇਹ ਕੀ ਹੋ ਗਿਆ ਵਾ ਲਿਮਿਟਡ ਕੈਪੀਟਲ ਰਿਕੁਆਇਰਮੈਂਟ ਵੀ ਇਹਦੇ ਵਿੱਚ ਹੈਲਪਫੁਲ ਹੁੰਦੀ ਹੈ ਬਿਜ਼ਨਸ ਦੇ ਵਿੱਚ। ਜਿਨ੍ਹਾਂ ਨੂੰ ਕੈਪੀਟਲ ਘੱਟ ਹੁੰਦੀ ਆ ਉਹਦੇ ਲਈ ਸੋਲ ਪ੍ਰੋਪਰਾਈਟਰਸ਼ਿਪ ਬੈਸਟ ਹੁੰਦਾ। ਨੈਕਸਟ ਆ ਜਾਂਦਾ ਐਕਸਪੈਂਸ਼ਨ ਐਂਡ ਗਰੋਥ ਆਫ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ। ਹੁਣ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੈ, ਇਹਦੀ ਗਰੋਥ ਕਰਨੀ ਆ। ਇਹਦੀ ਗਰੋਥ ਕਰਨ ਦੇ ਆਪਣੇ ਕੋਲ ਦੋ ਅਵੇਲੇਬਲ ਚਾਂਸਸ ਹੁੰਦੇ ਆ। ਫਸਟ ਆ ਜਾਂਦਾ ਵਾ ਆਈਦਰ ਟੂ ਅਪੁਆਇੰਟ ਅ ਸਰਵੈਂਟ, ਜਾਂ ਤਾਂ ਅਸੀਂ ਸਰਵੈਂਟ ਨੂੰ ਅਪੁਆਇੰਟ ਕਰ ਲਈਏ, ਜਾਂ ਇੱਕ ਸੈਕੰਡ ਆਪਸ਼ਨ ਦਾ ਟੂ ਐਡ ਏ ਪਾਰਟਨਰ, ਇਹਦੇ ਵਿੱਚ ਇੱਕ ਪਾਰਟਨਰ ਨੂੰ ਐਡ ਕੀਤਾ ਜਾਵੇ। ਸੋ ਫਸਟ ਪੁਆਇੰਟ ਆ ਜਾਂਦਾ ਟੂ ਅਪੁਆਇੰਟ ਏ ਸਰਵੈਂਟ। ਜੇ ਬਿਜ਼ਨਸ ਦੇ ਵਿੱਚ ਕਿਸੇ EMPLOYE ਨੂੰ ਆਪਾਂ ਰੱਖਦੇ ਆ, ਠੀਕ ਹੈ, ਉਹਦੇ ਨਾਲ ਆਪਣਾ ਬਿਜ਼ਨਸ ਐਕਸਪੈਂਡ ਕਰਨ 'ਚ ਹੈਲਪਫੁਲ ਹੋਏਗਾ। ਉਹ ਕਿਸ ਤਰ੍ਹਾਂ ਹੋਏਗਾ, ਜਿਹੜਾ ਕੰਮ ਦਾ ਬਰਡਨ ਹੋਏਗਾ ਪ੍ਰੋਪਰਾਈਟਰ ਦਾ ਉਹ ਰਿਡਿਊਸ ਹੋ ਜਾਂਦਾ, ਤੇ ਜਿਹੜਾ ਪ੍ਰੋਪਰਾਈਟਰ ਹੁੰਦਾ ਵਾ ਉਹ ਆਪਣਾ ਜਿਹੜਾ ਵਾਧੂ ਟਾਈਮ ਬਚਦਾ ਸਪੇਅਰ ਟਾਈਮ ਉਹਨੂੰ ਐਕਸਪੈਂਸ਼ਨ ਦੇ ਵਿੱਚ, ਐਕਸਪੈਂਸ਼ਨ ਦੇ ਪਲਾਨ ਦੇ ਵਿੱਚ ਲਗਾ ਸਕਦਾ। ਹੁਣ ਉਹਦਾ ਬਰਡਨ ਕੀ ਹੋ ਗਿਆ, ਰਿਡਿਊਸ ਹੋ ਗਿਆ, ਆਪਣਾ ਟਾਈਮ ਉਹ ਯੂਜ਼ਫੁਲ ਕਰ ਸਕਦਾ ਵਾ ਐਕਸਪੈਂਸ਼ਨ ਦੇ ਵਿੱਚ। ਨੈਕਸਟ ਆ ਜਾਂਦੀ ਆ ਮੈਰਿਟਸ ਆਫ ਇੰਪਲੋਇੰਗ ਏ ਸਰਵੈਂਟ। ਹੁਣ ਆਪਾਂ ਨੂੰ ਇਹਦੇ ਕਿਹੜੇ ਕਿਹੜੇ ਫਾਇਦੇ ਹੋਣਗੇ ਜੇ ਆਪਾਂ ਸਰਵੈਂਟ ਇੰਪਲੋਏ ਕਰਦੇ ਆ। ਫਸਟਲੀ ਇਹਦਾ ਕੰਪਲੀਟ ਕੰਟਰੋਲ, ਸੋਲ ਪ੍ਰੋਪਰਾਈਟਰ ਦਾ ਜਿਹੜਾ ਕੰਟਰੋਲ ਉਹਦੇ ਕੋਲ ਹੀ ਰਹਿੰਦਾ, ਕਿਉਂਕਿ ਜਿਹੜਾ EMPLOYE ਆ ਉਹਨੂੰ ਜਿਹੜਾ ਕੰਮ ਦਿੱਤਾ ਜਾਂਦਾ ਉਹਨੇ ਸਿਰਫ ਉਹੀ ਕੰਮ ਕਰਨਾ ਵਾ, ਠੀਕ ਹੈ। ਤੇ ਜਿਹੜਾ ਕੰਟਰੋਲ ਬਿਜ਼ਨਸ ਦਾ ਹੁੰਦਾ ਉਹ ਸਰਵੈਂਟ ਕੋਲ ਨਹੀਂ ਜਾਂਦਾ, ਇਹਦਾ ਮਤਲਬ ਕੰਟਰੋਲ ਕਿਹਦੇ ਕੋਲ ਰਹੇਗਾ, ਆਪਣਾ ਪ੍ਰੋਪਰਾਈਟਰ ਕੋਲ ਰਹੇਗਾ। ਨੈਕਸਟ ਆ ਜਾਂਦਾ ਸੀਕ੍ਰੇਸੀ, ਇਹਦੇ ਵਿੱਚ ਕੋਈ ਵੀ ਆਬਲੀਗੇਸ਼ਨ ਨਹੀਂ ਹੁੰਦੀ ਕਿ ਜਿਹੜਾ ਪ੍ਰੋਪਰਾਈਟਰ ਆ ਆਪਣੇ ਟ੍ਰੇਡ ਦੇ ਸੀਕ੍ਰੇਟ ਆ ਸ਼ੇਅਰ ਕਰੇ ਸਰਵੈਂਟ ਦੇ ਨਾਲ। ਨੈਕਸਟ ਆ ਜਾਂਦਾ ਨੋ ਸ਼ੇਅਰਿੰਗ ਆਫ ਪ੍ਰੋਫਿਟ, ਪ੍ਰੋਪਰਾਈਟਰ ਨੂੰ ਕਿਸੇ ਵੀ ਤਰ੍ਹਾਂ ਦਾ ਆਪਣਾ ਪ੍ਰੋਫਿਟ ਦੇ ਵਿੱਚ ਸ਼ੇਅਰ ਨਹੀਂ ਦੇਣਾ ਪੈਂਦਾ, ਕਿਉਂਕਿ ਜਿਹੜਾ ਸਰਵੈਂਟ ਆ ਉਹਨੂੰ ਸਿਰਫ ਕੀ ਦਿੱਤੀ ਜਾਂਦੀ ਆ, ਸੈਲਰੀ ਦਿੱਤੀ ਜਾਂਦੀ ਹੈ। ਨੈਕਸਟ ਆ ਜਾਂਦਾ ਪ੍ਰਮੋਟ ਡਿਸੀਜਨ, ਪ੍ਰੋਪਰਾਈਟਰ ਨੂੰ ਕਿਸੇ ਵੀ ਤਰ੍ਹਾਂ ਦੇ ਡਿਸਕਸ ਨਹੀਂ ਕਰਨੀ ਪੈਂਦੀ ਸਰਵੈਂਟ ਦੇ ਨਾਲ, ਕੰਸਲਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਸੋ ਡਿਸੀਜਨ ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਡਿਲੇ ਨਹੀਂ ਹੁੰਦੀ। ਨੈਕਸਟ ਆ ਜਾਂਦਾ ਨੋ ਚੇਂਜ ਇਨ ਦਾ ਫਾਰਮ ਆਫ ਆਰਗੇਨਾਈਜੇਸ਼ਨ, ਜਦੋਂ ਕਿਸੇ ਸਰਵੈਂਟ ਨੂੰ ਵਿੱਚ ਅਪੁਆਇੰਟ ਕੀਤਾ ਜਾਂਦਾ ਬਿਜ਼ਨਸ ਦੇ ਤਾਂ ਬਿਜ਼ਨਸ ਦੀ ਕਿਸੇ ਵੀ ਤਰ੍ਹਾਂ ਦੀ ਫਾਰਮ ਚੇਂਜ ਨਹੀਂ ਹੁੰਦੀ, ਉਹ ਸੋਲ ਪ੍ਰੋਪਰਾਈਟਰਸ਼ਿਪ ਹੀ ਰਹਿੰਦਾ ਬਿਜ਼ਨਸ। ਅੱਗੇ ਆਂਦਾ ਈਜ਼ੀ ਟੂ ਰਿਮੂਵ, ਇਹਨੂੰ ਰਿਮੂਵ ਕਰਨਾ, ਕਿਸੇ ਵੀ ਸਰਵੈਂਟ ਨੂੰ ਬਿਜ਼ਨਸ ਦੇ ਵਿੱਚੋਂ ਰਿਮੂਵ ਕਰਨਾ ਬਹੁਤ ਈਜ਼ੀ ਹੁੰਦਾ ਵਾ। ਨੈਕਸਟ ਆ ਜਾਂਦਾ ਇੰਗੇਜਿੰਗ ਐਨ ਐਕਸਪਰਟ, ਜਿਹੜਾ ਪ੍ਰੋਪਰਾਈਟਰ ਆ ਉਹ ਸਰਵੈਂਟ ਐਜ਼ ਅ ਐਕਸਪਰਟ ਰੱਖ ਸਕਦਾ ਹੈ, ਜੇ ਉਹਨੂੰ ਕਿਸੇ ਐਕਸਪਰਟ ਦੀ ਲੋੜ ਆ ਉਹਨੂੰ ਆਪਣੇ ਸਰਵੈਂਟ ਦੀ ਤਰ੍ਹਾਂ ਰੱਖ ਸਕਦਾ ਬਿਜ਼ਨਸ ਦੇ ਵਿੱਚ। ਇਹ ਆਪਾਂ ਕੀਤੀਆਂ ਸੀ ਡਿਸਕਸ਼ਨ ਮੈਰਿਟਸ, ਕੀ ਆਪਾਂ ਨੂੰ ਫਾਇਦੇ ਆ। ਨੈਕਸਟ ਆ ਜਾਂਦਾ ਡੀਮੈਰਿਟਸ ਆਫ ਇੰਪਲੋਇੰਗ ਏ ਸਰਵੈਂਟ, ਹੁਣ ਆਪਾਂ ਨੂੰ ਕਿਹੜੇ ਕਿਹੜੇ ਡਿਸਐਡਵਾਂਟੇਜ ਆ ਇਹਨੂੰ ਸਰਵੈਂਟ ਨੂੰ ਇੰਪਲੋਏ ਕਰਨ ਦੇ। ਫਸਟ ਆ ਜਾਂਦਾ ਵਾ ਇੰਕਰੀਜ਼ ਇਨ ਕੈਪੀਟਲ, ਨੋ ਇੰਕਰੀਜ਼ ਇਨ ਕੈਪੀਟਲ ਦਾ ਮਤਲਬ ਜਿਸ ਟਾਈਮ ਤੇ ਸਰਵੈਂਟ ਨੂੰ ਇੰਪਲੋਏ ਕੀਤਾ ਵਾ, ਸਰਵੈਂਟ ਨੂੰ ਬਿਜ਼ਨਸ ਦੇ ਵਿੱਚ ਰੱਖ ਲਿਆ, ਇਹਦੇ ਨਾਲ ਆਪਣੇ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਕੈਪੀਟਲ ਇੰਕਰੀਜ਼ ਨਹੀਂ ਹੁੰਦੀ, ਆਪਣਾ ਕੋਈ ਫਾਇਦਾ ਨਹੀਂ ਹੋਇਆ। ਪਰਮਾਨੈਂਟ ਐਕਸਪੈਂਡੀਚਰ, ਇੱਕ EMPLOYE ਨੂੰ ਰੱਖਣ ਦੇ ਨਾਲ ਕੀ ਹੋ ਜਾਂਦਾ, ਇੱਕ ਪਰਮਾਨੈਂਟ ਐਕਸਪੈਂਡੀਚਰ ਇੰਕਰੀਜ਼ ਹੋ ਜਾਂਦੇ, ਜਿਵੇਂ ਕਿ ਆਪਾਂ ਨੂੰ ਫਿਕਸ ਸੈਲਰੀ ਦੇਣੀ ਪੈਂਦੀ, ਉਹਨੂੰ ਹਰ ਮੰਥ ਦੇ ਬਾਅਦ ਸੈਲਰੀ ਦੇਣੀ ਹੀ ਪਏਗੀ। ਨੈਕਸਟ ਆ ਜਾਂਦਾ ਲੈਕ ਆਫ ਇੰਟਰਸਟ, ਜਿਹੜੇ EMPLOYE ਕੀਤਾ ਵਾ EMPLOYE ਹਮੇਸ਼ਾ ਆਪਣੀ ਸੈਲਰੀ ਤੱਕ ਜਾਂ ਆਪਣਾ ਜਿਹਨੂੰ ਕੰਮ ਦਿੱਤਾ ਜਾਂਦਾ ਵਾ ਸਿਰਫ ਉਹਦੇ ਤੱਕ ਹੀ ਉਹ ਸੀਮਿਤ ਰਹਿੰਦਾ ਵਾ। ਇਹਦਾ ਮਤਲਬ ਕਿ ਉਹ ਜਿਹੜਾ ਇੰਟਰਸਟ ਆਪਣਾ ਜ਼ਿਆਦਾ ਵਧੀਆ ਤਰੀਕੇ ਨਾਲ ਸ਼ੋ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਪ੍ਰੋਫਿਟ ਵਿੱਚ ਸ਼ੇਅਰ ਨਹੀਂ ਹੁੰਦਾ। ਨੈਕਸਟ ਆ ਜਾਂਦਾ ਲਿਮਿਟਡ ਰਿਸਪੌਂਸਿਬਿਲਿਟੀ, ਜਿਹੜੀ ਸਰਵੈਂਟ ਦੀ ਰਿਸਪੌਂਸਿਬਿਲਿਟੀ ਹੁੰਦੀ ਉਹ ਲਿਮਿਟਡ ਹੁੰਦੀ ਆ, ਉਹਦੀ ਰਿਸਪੌਂਸਿਬਿਲਿਟੀ ਸਿਰਫ ਉੱਥੇ ਤੱਕ ਹੀ ਹੁੰਦੀ ਹੈ ਜਿੰਨਾ ਕੁ ਉਹਨੂੰ ਕੰਮ ਅਸਾਈਨ ਕੀਤਾ ਜਾਂਦਾ, ਇਸ ਤੋਂ ਇਲਾਵਾ ਉਹਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ। ਨੈਕਸਟ ਆ ਜਾਂਦਾ ਫੀਅਰ ਆਫ ਦਾ ਕੰਪੀਟੀਸ਼ਨ, ਕੰਪੀਟੀਸ਼ਨ ਦਾ ਡਰ ਕਿਸ ਤਰ੍ਹਾਂ ਰਹਿੰਦਾ, ਕਈ ਟਾਈਮ ਕੀ ਹੁੰਦਾ ਕਿ ਜਿਹੜੇ ਸਰਵੈਂਟ ਆ ਉਹ ਬਿਜ਼ਨਸ ਦੇ ਵਿੱਚੋਂ ਕਿਸ ਤਰ੍ਹਾਂ ਬਿਜ਼ਨਸ ਕਰਦੇ ਪਏ ਆ ਉਹ ਸਿੱਖਣ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ, ਇਹਦੇ ਨਾਲ ਕੀ ਹੁੰਦਾ ਕੰਪੀਟੀਸ਼ਨ
इंक्रीज हो जाता। नैक्सट आ जाता टू एड ए पार्टनर। ਇਹ ਬਿਜ਼ਨਸ ਨੂੰ ਐਕਸਪੈਂਡ ਕਰਨ ਦਾ ਸੈਕੰਡ ਅਲਟਰਨੇਟਿਵ ਮੈਥਡ ਆ ਟੂ ਐਡ ਏ ਪਾਰਟਨਰ, ਕਿ ਹੁਣ ਬਿਜ਼ਨਸ ਦੇ ਵਿੱਚ ਪਾਰਟਨਰ ਨੂੰ ਐਡ ਕੀਤਾ ਜਾਏਗਾ। ਜਿਸ ਟਾਈਮ ਤੇ ਜਦੋਂ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਕਿਸੇ ਪਾਰਟਨਰ ਨੂੰ ਐਡ ਕਰ ਲਿਆ, ਉਹਦੀ ਫਾਰਮ ਬਿਜ਼ਨਸ ਦੀ ਚੇਂਜ ਹੋ ਜਾਂਦੀ ਆ। ਉਹ ਫਿਰ ਸੋਲ ਪ੍ਰੋਪਰਾਈਟਰਸ਼ਿਪ ਤੋਂ ਕਿੰਦੇ 'ਚ ਚੇਂਜ ਹੋ ਜਾਂਦਾ, ਪਾਰਟਨਰਸ਼ਿਪ ਦੇ ਵਿੱਚ ਚੇਂਜ ਹੋ ਜਾਂਦਾ ਵਾ। ਅੱਗੇ ਆ ਜਾਂਦੇ ਆ ਮੈਰਿਟਸ, ਕਿਹੜੇ ਕਿਹੜੇ ਆਪਾਂ ਨੂੰ ਐਡਵਾਂਟੇਜ ਹੋਣਗੇ। ਫਸਟਲੀ ਆਂਦਾ ਇੰਕਰੀਜ਼ ਇਨ ਕੈਪੀਟਲ। ਜਦੋਂ ਕਿਸੇ ਪਰਸਨ ਨੂੰ ਐਜ਼ ਏ ਪਾਰਟਨਰ ਬਿਜ਼ਨਸ ਦੇ ਵਿੱਚ ਐਡ ਕੀਤਾ ਜਾਂਦਾ, ਇਹਦੇ ਨਾਲ ਕੀ ਹੈ, ਜਿਹੜੀ ਕੈਪੀਟਲ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਪਰਸਨ ਵੀ ਆਪਣੇ ਲਈ ਕੈਪੀਟਲ ਲੈ ਕੇ ਆਉਂਦਾ। ਨੈਕਸਟ ਆ ਜਾਂਦਾ ਇਫੈਕਟਿਵ ਮੈਨੇਜਮੈਂਟ ਐਂਡ ਕੰਟਰੋਲ। ਹੁਣ ਜਿਹੜਾ ਕੰਟਰੋਲ ਤੇ ਮੈਨੇਜਮੈਂਟ ਦੋ ਜਾਣੇ ਕੋਲ ਹੋ ਜਾਂਦੀ ਹੈ, ਇਹਦਾ ਮਤਲਬ ਵਧੀਆ ਤਰੀਕੇ ਦੇ ਨਾਲ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ। ਅੱਗੇ ਆ ਜਾਂਦਾ ਸ਼ੇਅਰਿੰਗ ਆਫ ਰਿਸਕ। ਜਿਹੜਾ ਰਿਸਕ ਸੀਗਾ ਨਿਊ ਪਾਰਟਨਰ ਦੇ ਐਡ ਹੋਣ ਦੇ ਨਾਲ, ਹੁਣ ਰਿਸਕ ਕੀ ਆ, ਦੋ ਪਾਰਟਨਰ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਏਗਾ। ਇਹ ਕੀ ਹੋ ਗਿਆ, ਰਿਸਕ ਆਪਣਾ ਡਿਵਾਈਡ ਹੋ ਗਿਆ। ਨੈਕਸਟ ਆ ਜਾਂਦਾ ਇੰਕਰੀਜ਼ ਇਨ ਗੁੱਡਵਿਲ ਐਂਡ ਲੋਨ ਰੇਜ਼ਿੰਗ ਕਪੈਸਿਟੀ। ਜਦੋਂ ਕੋਈ ਪਾਰਟਨਰ ਐਡ ਹੋਇਆ, ਉਹਦੇ ਐਡ ਹੋਣ ਦੇ ਨਾਲ ਆਪਣੇ ਬਿਜ਼ਨਸ ਦੀ ਗੁੱਡਵਿਲ ਵੀ ਐਕਸਪੈਂਡ ਹੁੰਦੀ ਆ। ਗੁੱਡਵਿਲ ਐਕਸਪੈਂਡ ਹੋਣ ਦੇ ਨਾਲ ਆਪਾਂ ਨੂੰ ਲੋਨ ਮਿਲਣ ਦੇ ਚਾਂਸਸ ਵੀ ਇੰਕਰੀਜ਼ ਹੋ ਜਾਂਦੇ ਆ। ਇਹ ਸੀਗੇ ਸਾਰੇ ਮੈਰਿਟਸ। ਨੈਕਸਟ ਆ ਜਾਂਦੇ ਡੀਮੈਰਿਟਸ ਆਫ ਐਡਿੰਗ ਏ ਪਾਰਟਨਰ। ਹੁਣ ਆਪਾਂ ਨੂੰ ਕਿਹੜੇ ਕਿਹੜੇ ਨੁਕਸਾਨ ਹੋ ਸਕਦੇ ਆ ਜਦੋਂ ਆਪਾਂ ਨਵਾਂ ਪਾਰਟਨਰ ਐਡ ਕਰਦੇ ਆ। ਫਸਟਲੀ ਆ ਜਾਂਦਾ ਡਿਲੇ ਇਨ ਡਿਸੀਜਨ ਮੇਕਿੰਗ। ਜਿਹੜਾ ਆਪਾਂ ਡਿਸੀਜਨ ਲੈਣਾ, ਕੋਈ ਵੀ ਕੰਮ ਸਟਾਰਟ ਕਰਨ ਦੇ ਲਈ ਜਾਂ ਕੋਈ ਵੀ ਬਿਜ਼ਨਸ 'ਚ ਡਿਸੀਜਨ ਲੈਣਾ, ਉਹ ਹੁਣ ਦੋਨੋਂ ਪਾਰਟਨਰ ਨੂੰ ਆਪਸ ਦੇ ਵਿੱਚ ਕੰਸਰਨ ਕਰਨਾ ਪੈਂਦਾ। ਸੋ ਇਹਦੇ ਵਿੱਚ ਕੀ ਹੋ ਜਾਂਦਾ, ਡਿਲੇ ਵੀ ਹੋ ਸਕਦੀ ਆ। ਇਹ ਕੀ ਹੋ ਜਾਂਦੀ, ਇੱਕ ਤਰ੍ਹਾਂ ਦੀ ਡਿਸਐਡਵਾਂਟੇਜ ਆ, ਜਿਹੜੇ ਆਪਣੇ ਬਿਜ਼ਨਸ ਨੂੰ ਲੋਸ ਵੀ ਦੇ ਸਕਦੀ ਹੈ ਜਦੋਂ ਡਿਸੀਜਨ ਦੇ ਵਿੱਚ ਡਿਲੇ ਹੋ ਜਾਂਦੀ ਆ। ਨੈਕਸਟ ਆ ਜਾਂਦਾ ਨੋ ਸੀਕ੍ਰੇਸੀ। ਪਹਿਲਾਂ ਜਦੋਂ ਸੋਲ ਪ੍ਰੋਪਰਾਈਟਰਸ਼ਿਪ ਸੀਗੀ, ਉਦੋਂ ਇੱਕ ਪਰਸਨ ਹੀ ਆਪਣੇ ਕੋਲ ਸਾਰੇ ਸੀਕ੍ਰੇਟ ਰੱਖਦਾ ਸੀ, ਬਟ ਹੁਣ ਸਾਰੇ ਸੀਕ੍ਰੇਟ ਦੋਨੋਂ ਪਾਰਟਨਰ ਨੂੰ ਆਪਸ ਦੇ ਵਿੱਚ ਡਿਸਕਸ ਕਰਨੇ ਪੈਂਦੇ ਆ। ਸੋ ਸੀਕ੍ਰੇਟ ਲੀਕ ਹੋਣ ਦੇ ਵੀ ਚਾਂਸਸ ਵੱਧਦੇ ਜਾਂਦੇ ਆ। ਨੈਕਸਟ ਆ ਜਾਂਦਾ ਸ਼ੇਅਰਿੰਗ ਆਫ ਪ੍ਰੋਫਿਟ। ਜਿਸ ਟਾਈਮ ਤੇ ਪ੍ਰੋਫਿਟ ਹੁੰਦਾ, ਉਹ ਪ੍ਰੋਫਿਟ ਵੀ ਸਾਨੂੰ ਦੂਸਰੇ ਪਾਰਟਨਰ ਦੇ ਨਾਲ ਸ਼ੇਅਰ ਕਰਨੇ ਪੈਂਦੇ ਆ ਤੇ ਪ੍ਰੋਫਿਟ ਵੀ ਘਟ ਜਾਂਦੇ ਆ। ਸੋ ਇਹ ਕੀ ਹੋ ਗਿਆ, ਸ਼ੇਅਰਿੰਗ ਆਫ ਪ੍ਰੋਫਿਟ ਕੀ ਹੈ, ਡੀਮੈਰਿਟ। ਨੈਕਸਟ ਆ ਜਾਂਦਾ ਡਿਫਿਕਲਟ ਟੂ ਰਿਮੂਵ। ਜਦੋਂ ਪਾਰਟਨਰ ਐਡ ਹੋ ਗਿਆ, ਇੱਕ ਸਰਵੈਂਟ ਨੂੰ ਬਿਜ਼ਨਸ ਦੇ ਵਿੱਚ ਰਿਮੂਵ ਕਰਨਾ ਬਹੁਤ ਈਜ਼ੀ ਹੁੰਦਾ ਐਜ਼ ਕੰਪੈਰੀਜ਼ਨ ਟੂ ਦਾ ਪਾਰਟਨਰ। ਸੋ ਪਾਰਟਨਰ ਨੂੰ ਬਿਜ਼ਨਸ ਦੇ ਵਿੱਚੋਂ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਵਾ ਵਿਦਆਊਟ ਹਿਜ਼ ਪਰਮਿਸ਼ਨ। ਆਪਾਂ ਉਹਦੀ ਪਰਮਿਸ਼ਨ ਤੋਂ ਬਿਨਾ ਕਿਸੇ ਵੀ ਪਾਰਟਨਰ ਨੂੰ ਬਿਜ਼ਨਸ ਦੇ ਵਿੱਚੋਂ ਕੱਢ ਨਹੀਂ ਸਕਦੇ। ਨੈਕਸਟ ਆ ਜਾਂਦਾ ਡਿਲੀਸ਼ਨ ਆਫ ਦਾ ਕੰਟਰੋਲ। ਪਾਰਟਨਰਸ਼ਿਪ ਤੋਂ ਪਹਿਲਾਂ ਜਦੋਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਸੀਗਾ, ਉਹਦੇ ਵਿੱਚ ਸਾਰਾ ਕੰਟਰੋਲ ਕਿੰਦੇ ਕੋਲ ਸੀ, ਇੱਕ ਪ੍ਰੋਪਰਾਈਟਰ ਕੋਲ ਸੀਗਾ। ਬਟ ਜਦੋਂ ਨਵਾਂ ਪਾਰਟਨਰ ਐਡ ਹੋ ਜਾਂਦਾ ਵਾ, ਉਹ ਕੀ ਆ, ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਇੱਕ ਦੂਸਰੇ ਦੀ ਕੋਈ ਵੀ ਕੰਮ ਕਰਨ ਲਈ। ਸੋ ਇਹ ਕੀ ਹੋ ਜਾਂਦਾ ਵਾ, ਡਿਲੀਸ਼ਨ ਆਫ ਦਾ ਕੰਟਰੋਲ। ਕੰਟਰੋਲ ਕੀ ਆ, ਉਹਨਾਂ ਦਾ ਘਟ ਜਾਂਦਾ। ਸੋ ਇਹ ਸੀਗਾ ਆਪਣਾ ਚੈਪਟਰ ਸੋਲ ਪ੍ਰੋਪਰਾਈਟਰਸ਼ਿਪ, ਜਿੰਦੇ ਵਿੱਚ ਆਪਾਂ ਅੱਜ ਸਾਰਾ ਡਿਸਕਸ ਕੀਤਾ ਕਿ ਇਹਦੇ ਮੈਰਿਟਸ ਤੇ ਡੀਮੈਰਿਟਸ ਸੀਗੇ ਨਵੇਂ ਪਾਰਟਨਰ ਐਡ ਕਰਨ ਦੀਆਂ, ਜੇ ਕਿਸੇ ਸਰਵੈਂਟ ਨੂੰ ਐਡ ਕਰਨ ਦੀ, ਜੇ ਆਪਾਂ ਪ੍ਰੋਪਰਾਈਟਰਸ਼ਿਪ ਬਿਜ਼ਨਸ ਕੀ ਆ ਐਕਸਪੈਂਡ ਕਰਨਾ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ। ਥੈਂਕ ਯੂ।